ਗੁਰੂ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਅਸੀਂ ਵਿਚਾਰ ਕਰਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਬੈਠ ਕੇ ਕਿੰਨਾ ਦੋ ਗੱਲਾਂ ਦਾ ਸਾਨੂੰ ਖਾਸ ਖਿਆਲ ਰੱਖਣਾ ਚਾਹੀਦਾ। ਨਹੀਂ, ਬਹੁਤੀ ਵਾਰੀ ਇਹ ਹੁੰਦਾ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਆ ਤੇ ਕਹਿੰਦੇ ਆ ਸਾਨੂੰ ਗੁਰੂ ਕੋਲੋਂ ਕੀ ਮਿਲਿਆ। ਅੱਜ ਵੀ ਘਰ ਵਿੱਚ ਗਰੀਬੀ ਆ, ਅੱਜ ਵੀ ਸਾਡੇ ਪਾਸ ਦੌਲਤ ਨਹੀਂ, ਅੱਜ ਵੀ ਸਾਡਾ ਮਨ ਨਹੀਂ ਟਿਕਦਾ। ਇਵੇਂ ਫਿਰ ਗੁਰੂ ਤੇ ਆਪਾਂ ਉਂਗਲਾਂ ਚੁੱਕਦੇ ਹਾਂ ਜਦੋਂ ਕਿ ਕਰਮ ਸਾਡੇ ਆਪਣੇ ਹੀ ਗਲਤ ਹੁੰਦੇ ਆ। ਇਹ ਖਾਸ ਵਿਚਾਰ ਆਪਾਂ ਅੱਜ ਕਰਾਂਗੇ। ਗੁਰਦੁਆਰਾ ਸਾਹਿਬ ਜਾ ਕੇ ਆ ਦੋ ਗੱਲਾਂ ਦਾ ਤੁਸੀਂ ਖਾਸ ਖਿਆਲ ਰੱਖਣਾ, ਤਾਂ ਆਓ ਇਹਨਾਂ ਦੀ ਆਪਾਂ ਵਿਚਾਰ ਕਰੀਏ। ਕਿਉਂਕਿ ਜੇ ਤੁਸੀਂ ਇਹ ਚੀਜ਼ਾਂ ਕਰਨੀਆਂ ਬੰਦ ਕਰੋਗੇ ਫਿਰ ਤਦ ਹੀ ਤੁਹਾਡਾ ਜਿਹੜਾ ਮਨ ਆ, ਜਿਹੜੀਆਂ ਆਪਾਂ ਹੁਣ ਕਰਦੇ ਆ ਗਲਤੀਆਂ, ਫੇਰ ਹੀ ਟਿਕੂਗਾ ਨਾ, ਫੇਰ ਹੀ ਮਨ ਟਿਕੂਗਾ ਤੇ ਸਰੀਰ ਨੂੰ ਵੀ ਰੋਗ ਨਹੀਂ ਲੱਗਣਗੇ। ਤੇ ਸਰੀਰ ਨੂੰ ਰੋਗ ਨਹੀਂ ਲੱਗਣਗੇ, ਪੈਸੇ ਦੀ ਬਚਤ ਹੋਊਗੀ। ਇਵੇਂ ਤਨ ਵੀ ਖੁਸ਼ੀ, ਮਨ ਦੀ ਖੁਸ਼ੀ ਤੇ ਗੁਰਮੁਖ ਪਿਆਰਿਓ ਧਨ ਦੀ ਖੁਸ਼ੀ ਤੁਹਾਨੂੰ ਗੁਰੂ ਘਰੋਂ ਹੀ ਮਿਲਣੀ ਆ। ਅਸੀਂ ਕਹਿ ਦਿੰਦੇ ਆ ਸਾਡੀ ਕਿਸਮਤ ਬੜੀ ਖਰਾਬ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜਿਹੜਾ ਬੰਦਾ ਸੱਚੇ ਦਿਲੋਂ ਗੁਰਦੁਆਰਾ ਸਾਹਿਬ ਆਉਂਦਾ ਉਹਦੇ ਮੱਥੇ ਦੇ ਲੇਖ ਗੁਰੂ ਬਦਲਦਾ। ਗੁਰੂ 'ਚ ਏਡੀ ਕਿਰਪਾ। ਤਾਂ ਆਓ ਆਪਾਂ ਇਹ ਵਿਚਾਰ ਅੱਜ ਸਰਵਣ ਕਰਦੇ ਆ। ਉਦੋਂ ਪਹਿਲਾਂ ਛੋਟੀ ਜਿਹੀ ਇੱਕ ਨਾ ਕਹਾਣੀ ਸੁਣੋ, ਬੜੀ ਸੁੰਦਰ ਆ। ਉਹਦੇ ਨਾਲ ਤੁਹਾਨੂੰ ਪਤਾ ਲੱਗੇਗਾ ਇਹ ਸਾਰੀ ਗੱਲ ਕਿਵੇਂ ਵਾਪਰਦੀ ਹੈ। ਕਿਉਂਕਿ ਸਾਨੂੰ ਗੁਰੂ ਦੇ ਬਚਨਾਂ ਤੇ ਕਈ ਵਾਰੀ ਭਰੋਸਾ ਨਹੀਂ ਹੁੰਦਾ। ਗੁਰਮੁਖ ਪਿਆਰਿਓ, ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਮਾਲਵਾ ਗਏ। ਉਹ ਇਲਾਕਾ ਉਜਾੜ ਸੀਗਾ, ਬਾਰਿਸ਼ ਦੀ ਕਮੀ ਕਰਕੇ ਨਾ ਉੱਥੇ ਕਣਕ ਨਹੀਂ ਸੀ ਹੁੰਦੀ। ਆਪਾਂ ਵੇਖਦੇ ਆ ਕਈ ਇਲਾਕੇ ਇਦਾਂ ਹੁੰਦੇ ਆ, ਉੱਥੇ ਕੁਝ ਵੀ ਨਹੀਂ ਹੁੰਦਾ ਤੇ ਉੱਥੇ ਸਿਰਫ ਜੌਂ ਤੇ ਛੋਲੇ ਹੀ ਹੁੰਦੇ ਸੀਗੇ। ਜਿੱਥੇ ਮਹਾਰਾਜ ਗਏ ਮਾਲਵੇ 'ਚ, ਲੋਕਾਂ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ। ਉਸ ਸਮੇਂ ਬੀਕਾਨੇਰ ਨੂੰ ਕੋਈ ਨਹੀਂ ਸੀ ਜਾਣਦਾ। ਡੱਲਾ ਬਰਾੜ ਕੌਮ ਦਾ ਸਰਦਾਰ ਮਹਾਰਾਜ ਦੇ ਨਾਲ ਸੀਗਾ। ਇੱਕ ਦਿਨ ਗੁਰੂ ਸਾਹਿਬ ਜੀ ਤੇ ਭਾਈ ਡੱਲਾ ਘੁੰਮ ਰਹੇ ਆ, ਉੱਥੇ ਅੱਕ ਖੜੇ ਸੀਗੇ। ਇਹਨਾਂ ਵੱਲ ਵੇਖ ਕੇ ਮਹਾਰਾਜ ਨੇ ਸਹਿਜ ਸੁਭਾਏ ਕਹਿਤਾ ਭਾਈ ਡੱਲਾ ਜੀ ਨੂੰ, ਡੱਲਿਆ ਦੇਖ ਇੱਥੇ ਕਿੰਨੇ ਸੋਹਣੇ ਅੰਬ ਨੇ। ਭਾਈ ਡੱਲਾ ਜੀ ਕਹਿਣ ਲੱਗੇ ਜੀ ਇਹ ਤਾਂ ਅੱਕ ਨੇ। ਗੁਰੂ ਸਾਹਿਬ ਨੇ ਕਿਹਾ ਤੂੰ ਕਹਿ ਦੇ ਅੰਬ ਨੇ। ਕਹਿੰਦਾ ਜੀ ਮੈਂ ਕਿਵੇਂ ਕਹਿ ਦਿਆਂ, ਇਹ ਅੰਬ ਨੇ, ਤਾਂ ਅੱਕ ਨੇ। ਇੱਕ ਹੋਰ ਜਗ੍ਹਾ ਕਾਈ ਦੇ ਪੌਦੇ ਖੜੇ ਸੀ। ਗੁਰੂ ਸਾਹਿਬ ਜੀ ਕਹਿੰਦੇ ਕਿੰਨੀ ਸੋਹਣੀ ਕਣਕ ਖੜੀ ਆ। ਡੱਲਾ ਕਹਿਣ ਲੱਗਾ ਇਹ ਕਾਈ ਆ। ਗੁਰੂ ਸਾਹਿਬ ਜੀ ਨੇ ਕਿਹਾ ਤੂੰ ਕਹਿ ਦੇ ਕਣਕ ਆ। ਡੱਲਾ ਕਹਿਣ ਲੱਗਿਆ ਜੀ ਮੈਂ ਐਵੇਂ ਕਿਵੇਂ ਕਹਿੰਦੇ ਆ, ਇਹ ਤਾਂ ਕਾਈ ਆ। ਗੁਰੂ ਸਾਹਿਬ ਜੀ ਕਹਿਣ ਲੱਗੇ ਜਾ ਓਏ ਭੋਲਿਆ, ਜੇ ਤੂੰ ਕਹਿ ਦਿੰਦਾ ਇੱਥੇ ਕਣਕਾਂ ਵੀ ਹੋ ਜਾਂਦੀਆਂ, ਅੰਬ ਵੀ ਹੋ ਜਾਂਦੇ, ਪਰ ਹੁਣ ਨਹੀਂ। ਤੇਰੇ ਮਰਨ ਤੋਂ ਬਾਅਦ ਅੰਬ ਕਣਕਾਂ ਸਭ ਕੁਝ ਹੋਵੇਗਾ, ਨਹਿਰਾਂ ਵਗਣਗੀਆਂ। ਅੱਜ ਕੱਲ੍ਹ ਤੁਸੀਂ ਇਲਾਕੇ ਵਿੱਚ ਜਾਓਗੇ ਨਾ ਤੇ ਉੱਥੇ ਕਣਕ ਵੀ ਹੁੰਦੀ ਆ, ਫਲ ਵੀ ਲੱਗਦੇ ਆ, ਪੌਦੇ ਵੀ ਉੱਗਦੇ ਆ। ਤਾਂ ਕਹਿਣ ਦਾ ਭਾਵ ਵੀ ਗੁਰੂ ਦੇ ਬਚਨਾਂ ਤੇ ਜਿਵੇਂ ਭਾਈ ਡੱਲੇ ਜੀ ਨੂੰ ਭਰੋਸਾ ਨਹੀਂ ਸੀਗਾ, ਇਵੇਂ ਕਈ ਵਾਰੀ ਅਸੀਂ ਭਰੋਸਾ ਨਹੀਂ ਕਰਦੇ। ਹੁਣ ਆਪਾਂ ਗੱਲ ਕਰਨੀ ਆ ਵੀ ਗੁਰਦੁਆਰਾ ਸਾਹਿਬ ਜਾ ਕੇ ਜਿਹੜੀਆਂ ਵੀ ਦੋ ਗਲਤੀਆਂ ਅਸੀਂ ਕਰਦੇ ਆ ਉਹ ਕਦੇ ਵੀ ਨਹੀਂ ਕਰਨੀਆਂ ਹੈਗੀਆਂ। ਉਹਦਾ ਕਾਰਨ ਇਹੀ ਆ ਵੀ ਉਹਨਾਂ ਕਰਕੇ ਸਾਨੂੰ ਸਾਡੇ ਸਰੀਰ ਨੂੰ, ਸਾਡੇ ਮਨ ਨੂੰ ਸੁੱਖ ਹੀ ਨਹੀਂ ਮਿਲ ਪਾਉਂਦਾ। ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਜਦੋਂ ਅਸੀਂ ਜਾਂਦੇ ਆ, ਕਈ ਵਾਰੀ ਇਹ ਤਾਂ ਸਾਨੂੰ ਪਤਾ ਹੀ ਆ ਵੀ ਦਰਸ਼ਨ ਕਰਨੇ ਬੜੇ ਜ਼ਰੂਰੀ ਆ, ਇਹ ਤਾਂ ਸਾਨੂੰ ਸਭ ਨੂੰ ਪਤਾ। ਪਰ ਉੱਥੇ ਜਾ ਕੇ ਕਈ ਵਾਰ ਅਸੀਂ ਇੰਨੀ ਕਾਹਲੀ ਕਰਦੇ ਆ ਵੀ 2 ਮਿੰਟ ਆਪਣੇ ਕੋਲ ਬੈਠਣ ਦਾ ਸਮਾਂ ਵੀ ਨਹੀਂ ਹੁੰਦਾ। ਇਹੀ ਜੇ ਆਪਾਂ ਲਾਈਏ ਗੱਲ ਚੁਗਲੀਆਂ ਕਰਨੀਆਂ ਹੋਣ ਜਾਂ ਪੋਲੀਟੀਕਲ ਰਾਜਨੀਤਿਕ ਗੱਲਾਂ ਵਿੱਚ ਚਸਕੇ ਵਿੱਚ ਲੋਕ ਪਏ ਹੋਏ ਆ, ਚੁਗਲੀ ਨਿੰਦਿਆ ਕਰਨੀ ਹੋਵੇ, ਲੋਕਾਂ ਕੋਲ ਸਮਾਂ ਹੀ ਸਮਾਂ ਹੈ। ਗੁਰਦੁਆਰਾ ਸਾਹਿਬ ਬੜੀ ਕਈ ਕਾਹਲੀ ਕਰਦੇ ਆ, ਇੱਕ ਦੂਜੇ ਨੂੰ ਧੱਕਾ ਮਾਰ ਕੇ ਅੱਗੋਂ ਲੰਘਣ ਦੀ ਕਰਦੇ ਆ। ਮੱਥਾ ਟੇਕਦੇ ਆ ਦਰਬਾਰ ਸਾਹਿਬ, ਤੁਸੀਂ ਵੇਖਿਓ ਕੂਣੀਆਂ ਹੀ ਮਾਰੀ ਜਾਂਦੇ ਇੱਕ ਦੂਜੇ ਵਿੱਚ ਉੱਥੇ। ਤੇ ਭਾਵ ਕਿ ਸ਼ਾਂਤੀ ਜੇ ਗੁਰਦੁਆਰਾ ਸਾਹਿਬ ਜਾ ਕੇ ਨਹੀਂ ਆਈ, ਹੋਰ ਕਿੱਥੇ ਆਵੇਗੀ। ਮੈਂ ਸਾਰੀ ਸੰਗਤ ਨੂੰ ਨਹੀਂ ਕਹਿ ਰਿਹਾ, ਪਰ ਕੁਝ ਲੋਕ ਇਦਾਂ ਵਿੱਚ ਹੁੰਦੇ ਆ, ਤੁਸੀਂ ਵੀ ਦੇਖਿਆ ਹੋਣਗੇ, ਧੱਕਾ ਮਾਰਦੇ ਆ। ਗੁਰਦੁਆਰਾ ਸਾਹਿਬ ਜਦੋਂ ਤੁਸੀਂ ਜਾਓ, ਗੱਲ ਖਿਆਲ ਰੱਖਿਓ, ਕਾਹਲੀ ਕਰਨਾ ਸ਼ੈਤਾਨਾਂ ਦਾ ਕੰਮ ਹੁੰਦਾ। ਇਹ ਮੈਂ ਨਹੀਂ ਕਹਿ ਰਿਹਾ, ਇਹ ਜ਼ਫਰਨਾਮੇ ਵਿੱਚ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਹੀ ਵਚਨ ਆ। ਕਾਹਲੀ ਕਰਨਾ ਸ਼ੈਤਾਨ ਬੰਦੇ ਦਾ ਕੰਮ ਹੁੰਦਾ। ਕਾਹਲੀ ਵਿੱਚ ਕੀਤੇ ਹੋਏ ਕੰਮ ਬਾਰ-ਬਾਰ ਕਰਨੇ ਪੈਂਦੇ ਆ, ਕਈ ਵਾਰ ਕਰਨੇ ਪੈਂਦੇ ਆ। ਤੇ ਕਾਹਲੀ ਜਿਹੜੀ ਆ ਉਹਦੇ ਵਿੱਚੋਂ ਕੀ ਹੁੰਦਾ, ਰਿਸ਼ਤੇ ਜਿਹੜੇ ਆ ਟੁੱਟ ਜਾਂਦੇ ਆ। ਤੇ ਇਹ ਤਾਂ ਆਪਾਂ ਗੁਰੂ ਨਾਲ ਰਿਸ਼ਤਾ ਬਣਾਉਣ ਆਏ ਆ, ਤੇ ਕਾਹਲੀ ਨਾਲ ਕਿਵੇਂ ਬਣ ਜੂਗਾ ਭਾਈ। ਜਿਹੜੀ ਚੀਜ਼ ਜੁੜਨੀ ਆ ਸਹਿਜ ਨਾਲ ਜੁੜਨੀ ਆ। ਤੇ ਮਹਾਰਾਜ ਕਹਿੰਦੇ ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ
ਤਤ ਨਾ ਜਾਈ। ਤਾਂ ਮਹਾਰਾਜ ਜੀ ਕਹਿੰਦੇ ਭਾਈ ਹੌਲੀ ਸਹਿਜੇ ਸਹਿਜੇ ਹੌਲੀ ਹੌਲੀ ਪ੍ਰਮਾਤਮਾ ਦਾ ਨਾਮ ਜਪੋ ਵੀ ਇਹਦਾ ਤਤ ਜਿਹੜਾ ਮਰ ਨਾ ਜਾਵੇ। ਕਈ ਵਾਰੀ ਜਾਂਦੇ ਆਪਾਂ, ਬਹੁਤ ਜ਼ਿਆਦਾ ਆਪਾਂ ਗੱਲਾਂ ਕਰਦੇ ਹਾਂ ਉੱਥੇ ਜਾ ਕੇ, ਤੇ ਆਪਾਂ ਵਹਿੰਦੇ ਨਹੀਂ ਵੀ ਮਹਾਰਾਜ ਜੀ ਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆ। ਕਾਹਲੀ ਕਾਹਲੀ ਜਾਣਾ, ਉੱਚੀ ਉੱਚੀ ਬੋਲਣਾ, ਨਿੰਦਿਆ ਚੁਗਲੀ ਵੀ ਕੀ ਕਰਦੇ ਆ, ਲੰਗਰ ਹਾਲ ਦੇ ਵਿੱਚ ਕੀ ਗੱਪਾਂ ਮਾਰੀ ਜਾਂਦੇ ਹੁੰਦੇ ਆ ਖੜੇ। ਇਹ ਸਾਰੀਆਂ ਚੀਜ਼ਾਂ ਫਿਰ ਆਪਾਂ ਕਹਿੰਦੇ ਆਪਾਂ ਨੂੰ ਸੁੱਖ ਨਹੀਂ ਮਿਲਦਾ। ਸੁੱਖ ਕਿਵੇਂ ਮਿਲੇਗਾ? ਜੇ ਮੈਂ ਕਿੱਕਰਾਂ ਬੀਜਦਾ ਮੈਨੂੰ ਦਾਖਾਂ ਕਿਵੇਂ ਮਿਲ ਜਾਣਗੀਆਂ, ਅੰਬ ਕਿਵੇਂ ਮਿਲ ਜਾਣਗੇ, ਸੇਬ ਕਿਵੇਂ ਮਿਲ ਜਾਣਗੇ, ਸੂਲਾਂ ਮਿਲਣਗੀਆਂ ਕਿੱਕਰਾਂ ਬੀਜੀਆਂ। ਤਾਂ ਇਹੀ ਬਾਬਾ ਫਰੀਦ ਜੀ ਨੇ ਵੀ ਕਿਹਾ ਸੀਗਾ ਵੀ ਇਹ ਬੰਦੇ ਅਜਾਣ ਆ ਜਿਹੜੇ ਕਿ ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ ਹੰਡੇ ਉਨ ਕਤਾਏ ਦਾ ਪੈਦਾ ਲੋੜੈ ਪੱਟ। ਕਿ ਇਹ ਲੋਕ ਜਿਹੜੇ ਆ ਕਿੱਕਰਾਂ ਬੀਜ ਕੇ ਭਾਲਦੇ ਦਾਖਾਂ ਨੇ। ਤਾਂ ਉਹੀ ਫਿਰ ਗੱਲ ਹੋ ਗਈ ਨਾ ਵੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਡੱਲਿਆ ਵੀ ਇਹ ਦੇਖ ਭਾਈ ਇਹ ਜਿਹੜੇ ਆ ਅੰਬ ਦੇ ਬੂਟੇ, ਅੱਕਾਂ ਨੂੰ ਕਿਹਾ। ਉਹ ਕਹਿੰਦਾ ਜੀ ਮਹਾਰਾਜ ਮੈਂ ਕਿਵੇਂ ਕਹਿ ਦਿਆਂ, ਇਹ ਅੰਬ ਨੇ ਤਾਂ ਅੱਕ ਨੇ। ਭਰੋਸਾ ਨਹੀਂ ਸੀਗਾ। ਗੱਲ ਭਰੋਸੇ ਦੀ ਵੀ ਆ, ਗੱਲ ਕਾਹਲੀ ਵੀ ਨਹੀਂ ਕਰਨੀ ਚਾਹੀਦੀ ਬੰਦੇ ਨੂੰ। ਪਹਿਲੀ ਜਿਹੜੀ ਭੁੱਲ ਆਪਾਂ ਕਰਦੇ ਆ, ਕਾਹਲੀ ਨਹੀਂ ਕਰਨੀ। ਤੁਸੀਂ ਬੜੇ ਸਹਿਜ ਨਾਲ ਦਰਸ਼ਨ ਕਰਨੇ ਆ। ਜੇ ਕੋਈ ਅੱਗੇ ਲੰਘ ਰਿਹਾ ਉਹਨੂੰ ਲੰਘ ਜਾਣ ਦਿਓ, ਕੋਈ ਗੱਲ ਨਹੀਂ। ਤੁਸੀਂ ਪਿੱਛੇ ਹੋ ਜਾਓ, ਪਿੱਛੇ ਹੋ ਜਾਓ। ਪਿੱਛੇ ਹੋਣ ਵਾਲੇ ਨੂੰ ਗੁਰੂ ਅੱਗੇ ਕਰ ਦਿੰਦਾ। ਗੁਰਮੁਖ ਪਿਆਰਿਓ, ਮੈਂ ਕਹਿ ਰਿਹਾ ਵੀ ਜੇ ਤੁਸੀਂ ਪਿੱਛੇ ਹੋਵੋਗੇ ਨਾ, ਨੀਵੇਂ ਹੋਵੋਗੇ, ਤੇ ਉਹਦੇ ਨਾਲ ਗੁਰੂ ਤੁਹਾਨੂੰ ਭਰ ਦੂਗਾ ਹਮੇਸ਼ਾ ਹੀ। ਨੀਵੀਂ ਚੀਜ਼ ਉਹ ਹੁੰਦੀ ਆ, ਨੀਵੇਂ ਪੌਦੇ ਉਹ ਹੁੰਦੇ ਆ, ਨੀਵੇਂ ਰੁੱਖ ਉਹ ਹੁੰਦੇ ਆ ਜਿਨ੍ਹਾਂ ਨੂੰ ਫਲ ਲੱਗੇ ਹੁੰਦੇ ਆ। ਉੱਚੇ ਜਿਹੜੇ ਹੁੰਦੇ ਆ, ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਹੇ ਨਰਾਸੇ ਕਿਤ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ। ਸਿਮਲ ਜਿਹੜਾ ਕਿੱਡਾ ਵੱਡਾ ਹੁੰਦਾ, ਇਹਦੀ ਸ਼ਾਨ ਹੀ ਹੁੰਦੀ। ਤੋਤੇ ਆਉਂਦੇ ਆ, ਇਹਦੇ ਫਲ ਫਿੱਕੇ ਹੁੰਦੇ ਆ ਤੇ ਬਕ ਬਕੇ ਹੁੰਦੇ ਆ। ਤੋਤੇ ਆ ਕੇ ਇਹਨੂੰ ਟੁੱਕਦੇ ਆ, ਨਿਰਾਸ਼ ਹੋ ਕੇ ਮੁੜ ਜਾਂਦੇ ਆ। ਤੁਸੀਂ ਭਾਈ ਗੁਰਦੁਆਰਾ ਸਾਹਿਬ ਜਾ ਕੇ ਕਾਹਲੀ ਨਹੀਂ ਕਰਨੀ। ਪਹਿਲੀ ਗੱਲ ਤਾਂ ਇਹ ਪੱਲੇ ਬੰਨਣੀ ਆ। ਜਿਹੜੀ ਦੂਜੀ ਗੱਲ ਮੈਂ ਕਹਿਣੀ ਚਾਹੁੰਦਾ ਉਹ ਇਹਦੇ ਨਾਲੋਂ ਵੀ ਜ਼ਿਆਦਾ ਜ਼ਰੂਰੀ ਆ, ਕਿਉਂਕਿ ਕਾਹਲੀ ਤਾਂ ਅਸੀਂ ਆਮ ਹੀ ਵੇਖਿਆ ਵੀ ਕਈ ਵਾਰੀ ਕਰਨੋਂ ਅਸੀਂ ਹਟ ਜਾਂਦੇ ਆ। ਪਰ ਦੂਜੀ ਚੀਜ਼ ਜਿਹੜੀ ਆ ਉਹ ਮੈਂ ਤੁਹਾਨੂੰ ਹੁਣ ਦੱਸਦਾ ਵੀ ਕਿੱਥੇ ਗਲਤੀ ਹੁੰਦੀ ਆ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੰਨ ਲਓ ਕੀਰਤਨ ਹੋ ਰਿਹਾ, ਤੁਸੀਂ ਗੁਰਦੁਆਰਾ ਸਾਹਿਬ ਜਾ ਰਹੇ ਹੋ, ਤੁਸੀਂ ਉੱਥੇ ਬੈਠ ਤਾਂ ਗਏ, ਤੁਸੀਂ ਗੁਟਕਾ ਸਾਹਿਬ ਲੈ ਕੇ ਪਾਠ ਪੜ੍ਹਨ ਲੱਗ ਗਏ। ਸਾਹਮਣੇ ਤੁਹਾਡੇ ਰਾਗੀ ਸਿੰਘ ਬੈਠੇ ਆ, ਸਾਹਮਣੇ ਤੁਹਾਡੇ ਕਥਾ ਹੋ ਰਹੀ ਆ, ਤੁਸੀਂ ਆਪਣਾ ਪਾਠ ਪੜ੍ਹਨ ਲੱਗ ਗਏ। ਇਹਦੇ ਵਿੱਚ ਇਹ ਚੀਜ਼ ਹੁੰਦੀ ਆ ਵੀ ਜੋ ਗੁਰਦੁਆਰਾ ਸਾਹਿਬ ਹੋ ਰਿਹਾ ਉਹਨੂੰ ਸੁਣ ਲਿਆ ਜਾਵੇ। ਕਈ ਵਾਰੀ ਉੱਥੇ ਮਹਾਰਾਜ ਦੀ ਹਜ਼ੂਰੀ ਵਿੱਚ ਸਿਰਫ ਚੌਰ ਬਰਦਾਰ ਹੀ ਹੁੰਦੇ ਆ, ਚੌਰ ਸਾਹਿਬ ਕਰਦੇ ਆ, ਜਾਂ ਕਈ ਵਾਰ ਕੋਈ ਨਹੀਂ ਹੁੰਦਾ, ਉਦੋਂ ਤੁਸੀਂ ਪਾਠ ਪੜ੍ਹੋ। ਪਰ ਜਦੋਂ ਕਥਾ ਹੋ ਰਹੀ ਆ, ਕੀਰਤਨ ਹੋ ਰਿਹਾ, ਉਦੋਂ ਉਹਨੂੰ ਹੀ ਸੁਣੋ। ਤਾਬਿਆਂ ਦੇ ਵਿੱਚ ਜੋ ਵੀ ਉਚਾਰਿਆ ਜਾ ਰਿਹਾ ਉਹਨੂੰ ਸੁਣਨਾ, ਕਿਉਂਕਿ ਸਾਹਮਣੇ ਤੁਹਾਡੇ ਕੋਈ ਗਿਆਨ ਦੀ ਗੱਲ ਕਰ ਰਿਹਾ, ਤੁਸੀਂ ਆਪ ਆਪਣਾ ਪਾਠ ਪੜ੍ਹੀ ਜਾ ਰਹੇ ਹੋ, ਉਹ ਵੀ ਧੁਨੀ ਤੁਹਾਡੇ ਕੰਨਾਂ 'ਚ ਪੈ ਰਹੀ ਆ। ਇਵੇਂ ਕਿਵੇਂ ਮਨ ਟਿਕੇਗਾ ਜੀ? ਗੁਰਮੁਖ ਪਿਆਰਿਓ, ਆਪਾਂ ਵੇਖਦੇ ਹਾਂ ਉਧਰੋਂ ਤਾਂ ਰਾਗੀ ਸਿੰਘ ਰਾਗਾਂ ਦੀਆਂ ਧੁਨੀਆਂ ਗਾਉਂਦੇ ਪਏ ਆ ਤੇ ਆਪਾਂ ਆਪਣਾ ਹੀ ਪਾਠ ਕਰ ਰਹੇ ਹਾਂ, ਤੇ ਇਹਦੇ ਵਿੱਚ ਤਾਂ ਫਿਰ ਇੱਕੋ ਟਾਈਮ ਇੱਕੋ ਹੀ ਗੱਲ ਸੋਭਦੀ ਹੁੰਦੀ ਆ। ਇਹ ਮਰਿਆਦਾ 'ਚ ਵੀ ਆ, ਸਿੱਖ ਰਹਿਤ ਮਰਿਆਦਾ ਦੇ ਵਿੱਚ ਵੀ ਇਹ ਗੱਲ ਲਿਖੀ ਆ ਵੀ ਇੱਕੋ ਟਾਈਮ ਇੱਕੋ ਹੀ ਚੀਜ਼ ਹੋਵੇ, ਕਿਉਂਕਿ ਜੇ ਦੋ ਦੋ ਤਿੰਨ ਤਿੰਨ ਹੋਣਗੀਆਂ ਉਹਦਾ ਧਿਆਨ ਨਹੀਂ ਹੋਵੇਗਾ। ਆਪਾਂ ਕਹਿੰਦੇ ਸਾਡੀ ਸ਼ਰਧਾ, ਸਾਡਾ ਨਿਤਨੇਮ ਅਸੀਂ ਪੂਰਾ ਕਰਨਾ। ਭਾਈ ਜਦੋਂ ਉੱਥੇ ਉਹ ਹੋ ਰਿਹਾ ਨਾ ਕੀਰਤਨ, ਉਹਨੂੰ ਅੱਖਾਂ ਮੀਟ ਕੇ ਬਹਿ ਜਾਓ, ਸੁਣੀ ਚੱਲੋ ਸੁਣੀ ਚੱਲੋ, ਉਹਦੇ ਵਿੱਚ ਆਨੰਦ ਤੁਹਾਨੂੰ ਵੱਧ ਆਵੇਗਾ। ਜੇ ਨਾ ਵੀ ਆਵੇ, ਆਪਾਂ ਕਹਿੰਦੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਅਰਥਾਂ ਦੀ, ਕੋਈ ਗੱਲ ਨਹੀਂ, ਤੁਸੀਂ ਕੰਨਾਂ ਨੇ ਚੰਗਾ ਤਾਂ ਸੁਣਿਆ ਨਾ, ਅੱਧਾ ਘੰਟਾ ਕਮ ਸੇ ਕਮ ਕੀਰਤਨ ਸੁਣਨੇ ਆ, ਸਮਝ ਨਹੀਂ ਆਈ, ਕਮ ਸੇ ਕਮ ਕੰਨਾਂ ਨੇ ਚੰਗੀ ਚੀਜ਼ ਤਾਂ ਸੁਣ ਲਈ ਅੱਧਾ ਘੰਟਾ, ਭਾਵੇਂ ਮੈਨੂੰ ਸਮਝ ਆਈ ਤੇ ਭਾਵੇਂ ਮੈਨੂੰ ਸਮਝ ਨਹੀਂ ਆਈ। ਗੁਰਮੁਖ ਪਿਆਰਿਓ, ਤੇ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਹਨ ਬਹੁਤ ਗੱਲਾਂ ਸਾਨੂੰ ਸਮਝਾਉਂਦੇ ਆ, ਪਰ ਅਸੀਂ ਉਹ ਲੋਕ ਹਾਂ ਜਿਨ੍ਹਾਂ ਵਿੱਚ ਗਿਆਨ ਨਹੀਂ ਹੈਗਾ, ਅਗਿਆਨਤਾ ਹੀ ਆ, ਜਿਹਦੇ ਕਰਕੇ ਅਸੀਂ ਦੁੱਖ ਪਾਉਂਦੇ ਆ, ਆਪਦੇ ਗੁਰੂ ਤੇ ਯਕੀਨ ਨਹੀਂ ਕਰਦੇ। ਤੇ ਮਹਾਰਾਜ ਜੀ ਤਾਂ ਦਿਨੇ ਕਹਿ ਦੇਣ ਵੀ ਰਾਤ ਆ ਤਾਂ ਕਹਿ ਦਿਓ ਰਾਤ ਹੀ ਆ, ਰਾਤ ਨੂੰ ਕਹਿ ਦਿਓ ਦਿਨ, ਤੇ ਹਾਂ ਮਹਾਰਾਜ ਨੂੰ ਕਹਿ ਦਿਓ ਦਿਨ ਹੀ ਆ। ਇਹ ਸਾਖੀ ਬਹੁਤ ਵਧੀਆ ਆਉਂਦੀ ਆ ਗੁਰਮੁਖ ਪਿਆਰੇ, ਕਿਉਂਕਿ ਸਾਖੀਆਂ ਅਸੀਂ ਨਾ ਸੁਣਨੋਂ ਹਟ ਗਏ। ਇੱਕ ਵਾਰ ਦੀ ਗੱਲ ਆ ਵੀ ਗੁਰੂ ਨਾਨਕ ਦੇਵ ਜੀ ਦੇ ਪਾਸ
ਆਪ ਜੀ ਦੇ ਵੱਡੇ ਲੜਕੇ ਮਹਾਰਾਜ ਜੀ ਦੇ ਬਾਬਾ ਸ਼੍ਰੀ ਚੰਦ ਜੀ ਬੈਠੇ ਸੀਗੇ। ਅੱਧੀ ਰਾਤ ਦਾ ਸਮਾਂ ਸੀਗਾ। ਮਹਾਰਾਜ ਨੇ ਵੈਸੇ ਹੀ ਕਹਿਤਾ ਵੀ ਕਿੱਡਾ ਸੋਹਣਾ ਸੂਰਜ ਚੜ੍ਹਿਆ ਹੋਇਆ। ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ, ਪਿਤਾ ਜੀ ਇਸ ਵੇਲੇ ਤਾਂ ਅੱਧੀ ਰਾਤ ਆ, ਸੂਰਜ ਕਿੱਥੇ? ਥੋੜੀ ਦੇਰ ਮਗਰੋਂ ਦੂਜੇ ਲੜਕੇ, ਦੂਜੇ ਸੁਪੁੱਤਰ ਬਾਬਾ ਲਖਮੀ ਦਾਸ ਜੀ ਆਏ। ਗੁਰੂ ਸਾਹਿਬ ਜੀ ਨੇ ਫਿਰ ਕਿਹਾ, ਕਿੱਡਾ ਸੋਹਣਾ ਸੂਰਜ ਆ। ਲਖਮੀ ਦਾਸ ਜੀ ਨੇ ਕਿਹਾ, ਜੀ ਇਸ ਵੇਲੇ ਸੂਰਜ ਕਿੱਥੋਂ ਆ ਗਿਆ? ਫਿਰ ਭਾਈ ਲਹਿਣਾ ਜੀ, ਗੁਰੂ ਅੰਗਦ ਦੇਵ ਜੀ ਮਹਾਰਾਜ ਜਿਹੜੇ ਬਣੇ, ਉਹਨਾਂ ਨੂੰ ਜਿਹੜੇ ਮਹਾਰਾਜ ਨੇ ਗੱਦੀ ਦਿੱਤੀ, ਕਿਉਂ ਦਿੱਤੀ ਇੱਥੋਂ ਪਤਾ ਲੱਗੂ। ਪਰਮ ਸੇਵਕ ਸੀਗੇ, ਬੁਲਾਇਆ, ਕਹਿੰਦੇ ਭਾਈ ਜੀ ਸੂਰਜ ਚੜ੍ਹਿਆ ਹੋਇਆ, ਜਾਓ ਕੱਪੜੇ ਧੋ ਲਿਆਓ। ਭਾਈ ਜੀ ਸਰਾਜ ਤੋਂ ਲਹਿਣਾ ਜੀ ਵਾਕਫ ਸੀਗੇ। ਗੁਰੂ ਅੰਗਦ ਦੇਵ ਜੀ ਮਹਾਰਾਜ ਤਾਂ ਬਾਅਦ ਚੋਂ ਨਾਮ ਪੈਂਦਾ ਉਹਨਾਂ ਦਾ। ਹਰ ਰੋਜ਼ ਅਭਿਆਸ ਵਿੱਚ ਸੂਰਜ ਦੇਖਦੇ ਸੀ। ਉਹਨਾਂ ਨੇ ਕਿਹਾ, ਮਹਾਰਾਜ ਹਾਂ ਖੂਬ ਧੁੱਪ ਨਿਕਲੀ ਹੋਈ ਆ, ਮੈਂ ਹੁਣੇ ਜਾਣਾ ਤੇ ਤੁਹਾਡੇ ਕੱਪੜੇ ਧੋ ਕੇ ਲਿਆਉਣਾ। ਉਸੇ ਵੇਲੇ ਗਏ, ਕੱਪੜਾ ਸੁਕਾ ਕੇ ਲੈ ਆਏ। ਸੋ ਸੰਤਾਂ ਦੇ ਬਚਨਾਂ ਤੇ ਭਾਈ ਸ਼ੱਕ ਨਹੀਂ ਕਰਨਾ ਚਾਹੀਦਾ। ਉਹਨਾਂ ਦੇ ਹਰ ਬਚਨ ਦੇ ਵਿੱਚ ਰਮਜ ਹੁੰਦੀ ਆ। ਉਹਨਾਂ ਦੀ ਰਜਾ ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ, ਉਹਨੂੰ ਕੋਈ ਵਿਰਲਾ ਸਮਝ ਸਕਦਾ। ਤਾਂ ਮੈਂ ਇਹ ਕਹਿ ਰਿਹਾ ਵੀ ਗੁਰੂ ਦੇ ਬਚਨਾਂ ਤੇ ਭਰੋਸਾ ਬਣਾਉਣਾ ਪਊਗਾ। ਜੋ ਗੁਰੂ ਕਹਿ ਦੂਗਾ ਉਹਨੂੰ ਮੰਨਣਾ ਪਊਗਾ। ਗੁਰਬਾਣੀ ਸੁਣਦੇ ਸਮੇਂ ਕਾਹਲ ਨਹੀਂ ਕਰਨੀ, ਮੱਥਾ ਟੇਕਣ ਸਮੇਂ ਕਾਹਲ ਨਹੀਂ ਕਰਨੀ। ਦੂਜੀ ਚੀਜ਼ ਮੈਂ ਤੁਹਾਨੂੰ ਦੱਸਦੀ, ਇੱਕੋ ਵੇਲੇ ਇੱਕੋ ਗੱਲ ਤਾਬਿਆਂ 'ਚ ਹੋਵੇ। ਰਾਗੀ ਸਿੰਘ ਰਾਗਾਂ ਦੀਆਂ ਧੁਨੀਆਂ ਪਏ ਗਾਉਂਦੇ ਆ, ਇੱਧਰੋਂ ਅਸੀਂ ਆਪਣਾ ਹੀ ਪਾਠ ਕਰ ਰਹੇ ਹਾਂ, ਉੱਚੀ ਬੋਲੀ ਜਾਂਦੇ ਹਾਂ, ਡਿਸਟਰਬੈਂਸ ਵੀ ਹੁੰਦੀ ਹੈ ਇੱਦਾਂ, ਤਾਂ ਉਦੋਂ ਉੱਥੇ ਸੁਣ ਲੈਣਾ ਚਾਹੀਦਾ। ਬਹੁਤਿਆਂ ਨੂੰ ਹੋ ਸਕਦਾ ਮੇਰੀ ਗੱਲ ਇਹ ਚੰਗੀ ਨਾ ਲੱਗੇ, ਪਰ ਇਹ ਮੇਰੀ ਗੱਲ ਨਹੀਂ, ਇਹ ਸਿੱਖ ਰਹਿਤ ਮਰਿਆਦਾ ਦੇ ਵਿੱਚ ਹੀ ਇਹ ਚੀਜ਼ਾਂ ਲਿਖੀਆਂ ਹੋਈਆਂ, ਜਿਹੜੇ ਕਿ ਅਸੀਂ ਪੜ੍ਹਦੇ ਨਹੀਂ, ਜੋ ਕਿ ਅਕਾਲ ਤਖਤ ਵੱਲੋਂ ਗੁਰੂ ਦਾ ਇੱਕ ਹੁਕਮ ਆ। ਅਸੀਂ ਕਹਿੰਦੇ ਆ ਵੀ ਨਹੀਂ, ਅਸੀਂ ਨਹੀਂ ਇਹ ਮੰਨਦੇ, ਫਿਰ ਅਸੀਂ ਸਿੱਖ ਨਹੀਂ ਹੋ ਸਕਦੇ। ਗੁਰਮੁਖ ਪਿਆਰਿਓ, ਸਿੱਖ ਰਹਿਤ ਮਰਿਆਦਾ, ਭਾਵੇਂ ਕਿ ਬਹੁਤ ਸਾਰੇ ਲੋਕ ਕਹਿੰਦੇ ਆ ਵੀ ਅਸੀਂ ਨਹੀਂ ਇਹਨੂੰ ਮੰਨਦੇ, ਕਹਿੰਦੇ ਹਨ ਵੀ ਇਹ ਕੌਮ ਦੇ ਜਿਹੜੇ ਉਹਨਾਂ ਲੋਕਾਂ ਵੱਲੋਂ ਤਿਆਰ ਕੀਤੀ ਗਈ ਹੈ, ਜਿਹੜੇ ਕਾਬਜ ਹੋਏ ਵੇ ਉੱਥੇ। ਗੁਰਮੁਖ ਪਿਆਰਿਓ, ਰਹਿਤ ਮਰਿਆਦਾ ਤਾਂ ਰਹਿਤ ਮਰਿਆਦਾ ਹੀ ਆ, ਤਾਂ ਇਹਨੂੰ ਸਾਡਾ ਮੰਨਣਾ ਸਾਡਾ ਫਰਜ਼ ਬਣਦਾ। ਇਹ ਚੀਜ਼ਾਂ ਦਾ ਖਾਸ ਖਿਆਲ ਰੱਖੋ। ਜਦੋਂ ਗੁਰਦੁਆਰਾ ਸਾਹਿਬ ਜਾਊਂ ਤਾਂ ਗੁਰੂ ਨਾਨਕ ਦੇਵ ਜੀ ਦੇ ਬਾਰੇ ਹੋਰ ਵੀ ਬਹੁਤ ਵਿਚਾਰ ਆ, ਹੋਰ ਵੀ ਇੰਨੇ ਜ਼ਿਆਦਾ ਵਿਚਾਰ ਆ ਜਿਹੜੇ ਅਸੀਂ ਆਪਦੀ ਜ਼ਿੰਦਗੀ ਵਿੱਚ ਜੇ ਕਮਾ ਲਈਏ। ਮਹਾਰਾਜ ਕਹਿੰਦੇ, ਨੀਵੇਂ ਤਾਂ ਹੋਵੋ ਪਰ ਕਿਸੇ ਦਾ ਸ਼ਿਕਾਰ ਕਰਨ ਲਈ ਨਹੀਂ। ਜਿਵੇਂ ਰਾਜਨੀਤਿਕ ਲੋਕ ਜਿਹੜੇ ਆ ਵੋਟਾਂ ਸਮੇਂ ਨੀਵੇਂ ਹੁੰਦੇ ਆ, ਪਰ ਹੁੰਦੇ ਤੁਹਾਡਾ ਗਲਾ ਵੱਢਣ ਲਈ ਆ। ਇੱਦਾਂ ਦੀ ਨਿਮਰਤਾ ਵੀ ਨਹੀਂ ਚਾਹੀਦੀ। ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾਹੇ, ਸੀਸ ਨਵਾਏ ਕਿਆ ਥੀਏ ਜਾਂ ਹਿਰਦੇ ਕੁਸੁੱਦੇ ਜਾਹੇ। ਇੱਦਾਂ ਦੀ ਵੀ ਨਿਮਰਤਾ ਨਹੀਂ ਚਾਹੀਦੀ ਭਾਈ, ਵੀ ਬੰਦੇ ਦਾ ਜਿਹੜਾ ਹੈ ਉਹ ਆਪਾਂ ਗਲਾ ਹੀ ਵੱਢ ਦਈਏ ਮਿੱਠਾ ਬੋਲ ਕੇ। ਤਾਂ ਹੀ ਲੋਕ ਕਹਿੰਦੇ ਅੱਜ ਕੱਲ੍ਹ ਕਹਾਵਤ ਵੀ ਬਣ ਗਈ, ਮਿੱਠਾ ਬੋਲਣ ਵਾਲੇ ਖਤਰਨਾਕ ਹੁੰਦੇ ਆ। ਤਾਂ ਗੁਰਮੁਖ ਪਿਆਰਿਓ, ਇਹਨਾਂ ਚੀਜ਼ਾਂ ਦਾ ਖਾਸ ਖਿਆਲ ਰੱਖਿਆ ਜਾਵੇ। ਮੈਂ ਆਪ ਜੀ ਨੂੰ ਇਹੀ ਬੇਨਤੀਆਂ ਕਰਨੀਆਂ ਸੀਗੀਆਂ। ਅੱਜ ਦੇ ਦੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ ਹਨ, ਤੇ ਇੱਕ ਜਿਹੜੀ ਆਪਾਂ ਬੇਨਤੀ ਤੁਹਾਨੂੰ ਕਰਦੇ ਹੀ ਹੁੰਦੇ ਆ, ਉਹ ਤਾਂ ਭਾਈ ਗੁਰੂ ਦੀ ਇੱਕ ਕਿਰਪਾ ਹੀ ਆ, ਬਖਸ਼ਿਸ਼ ਹੀ ਹੈ ਉਹ, ਵੀ ਅੰਮ੍ਰਿਤ ਛਕੋ, ਦਾੜੇ ਰੱਖੋ, ਕੇਸ ਰੱਖੋ, ਗੁਰੂ ਵਾਲੇ ਬਣੋ, ਗੁਰੂ ਦੀ ਖੰਡੇ ਦੀ ਪੌੜ ਲੈ ਕੇ ਭਾਈ ਸਿੰਘ ਸਾਜੋ। ਬੀਬੀਆਂ ਨੂੰ ਵੀ ਬੇਨਤੀ ਆ ਕਿ ਮੇਕਅਪ ਕਰਨਾ ਛੱਡੋ ਭਾਈ, ਕੁਝ ਨਹੀਂ ਪਿਆ। ਇਹ ਸੂਹਾ ਰੰਗ ਦਿਨ ਥੋੜਾ ਹੋਵੇ, ਇਸ ਜਾਂਦੇ ਬਿਲਮ ਨਾ ਲਾਏਂਦਾ। ਇਹ ਤਾਂ ਭਾਈ ਥੋੜਾ ਜਿਹਾ ਹੀ ਦੇਣਾ ਇਹ ਸੂਹਾ ਰੰਗ, ਤੇ ਜੇ ਤੁਸੀਂ ਸੱਚੇ ਨਾਮ ਵਾਲਾ ਰੰਗ ਲੈਣਾ ਹੈ, ਗੁਰੂ ਵਾਲੇ ਬਣ ਜਾਓ। ਕੁਝ ਨਹੀਂ ਰੱਖਿਆ ਇਹਨਾਂ ਚੀਜ਼ਾਂ ਵਿੱਚ। ਐਵੇਂ ਕਿਸੇ ਨੂੰ ਡੁਪਲੀਕੇਟ ਫੇਸ ਦਿਖਾ ਕੇ, ਮਖੌਟੇ ਤੇ ਮਖੌਟੇ ਲਾ ਕੇ ਮਿਲਣਾ, ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੁੰਦੀ ਜੀ। ਗੁਰੂ ਮਹਾਰਾਜ ਸਰਬੱਤ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਹੋਈਆਂ ਸੰਗਤਾਂ ਨੂੰ ਮਹਾਰਾਜ ਸਿੱਖੀ, ਸਬਰ, ਸੰਤੋਖ, ਦਇਆ, ਧਰਮ, ਇਹ ਭਗਤੀ ਸ਼ਕਤੀ ਦੀ ਦਾਤ ਮਹਾਰਾਜ ਬਖਸ਼ਿਸ਼ ਕਰਨ। ਬੋਲਦਿਆਂ ਤੋਂ ਮੇਰੇ ਤੋਂ ਇੱਕ ਨਹੀਂ, ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚਾ ਜਾਣ ਕੇ ਮਾਫ ਕਰ ਲੈਣਾ। ਤੇ ਗੁਰਮੁਖ ਪਿਆਰਿਓ, ਗੁਰੂ ਦੀ ਸੰਗਤ ਸਤਿਗੁਰੂ ਮਹਾਰਾਜ ਬਖਸ਼ਣਯੋਗ ਹਨ। ਗੁਰੂ ਸਾਹਿਬ ਜੀ ਰਹਿਮਤ ਹੀ ਕਰਨ। ਸਾਰੀਆਂ ਸੰਗਤਾਂ ਨੇ ਬੜੇ ਹੀ ਪ੍ਰੇਮ ਦੇ ਨਾਲ ਇਹ ਕਥਾ ਵਿਚਾਰ ਸਮੇਂ ਤੋਂ ਸਮਾਂ ਕੱਢ ਕੇ ਬਹੁਤ ਤੁਸੀਂ ਕੀਮਤੀ ਸਮਾਂ ਦਿੱਤਾ ਹੈ। ਮੈਂ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਹਾਂ ਜੀ। ਆਓ ਆਪਾਂ ਸਾਰੇ ਰਲ ਮਿਲ ਕੇ
ਗੁਰੂ ਬਖਸ਼ੀ ਫਤਿਹ ਨੂੰ ਪ੍ਰਵਾਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਜਦੋਂ ਫਤਿਹ ਬੁਲਾਉਣੇ ਹੁੰਦੇ ਆ ਤੇ ਉਦੋਂ 2 ਵਾਰੀ ਵਾਹਿਗੁਰੂ ਕਿਹਾ ਜਾਂਦਾ, ਸਾਰੇ ਜਣੇ ਬੁਲਾਇਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।